पंजाब सरकार ने उन्हां कानूनां दे विच रद्द करन दी जां अमेंडमेंट दी गल कीती। ਇਹ ਸਾਰੇ ਬੁਲਾਰਿਆਂ ਨੂੰ ਵੀ ਪਤਾ ਹੈ ਤੇ ਰੋਜ਼ ਸੁਣਨ ਵਾਲਿਆਂ ਨੂੰ ਵੀ ਪਤਾ ਹੈ ਕਿ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ। ਸੋ ਇਸ ਬਿੱਲ ਦੇ ਨਾਲ ਬੇਸ਼ੱਕ ਸਾਨੂੰ ਰੱਦ ਕਰਨ ਦੇ ਨਾਲ ਪੰਜਾਬ ਸਰਕਾਰ ਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਇਆ, ਕਮ ਸੇ ਕਮ ਅਸੀਂ ਇਹ ਤੇ ਦੱਸ ਦਿੱਤਾ ਹੈ ਨਾ ਕਿ ਅਸੀਂ ਕੇਂਦਰ ਦੇ ਕਾਨੂੰਨਾਂ ਦੇ ਖਿਲਾਫ ਲੜਨ ਦੀ ਸਮਰੱਥਾ ਰੱਖਦੇ ਹਾਂ। ਔਰ ਸਾਨੂੰ ਕਿਹਾ ਵੀ ਜਾਂਦਾ ਹੈ ਕਿ ਜਦੋਂ ਫਿਰ ਸਮਝੌਤੇ ਦੀ ਗੱਲ ਆਉਂਦੀ ਹੈ ਉਦੋਂ ਤੁਹਾਡੇ ਜਿਹੜੇ ਲੀਡਰ ਜਾ ਕੇ ਨੇ ਉਹ ਦਿੱਲੀ ਨਾਲ ਹੱਥ ਮਿਲਾ ਲੈਂਦੇ ਨੇ। ਪਰ ਜਿਹੜਾ ਆਹ ਵਾਲਾ ਧਰਨਾ ਹੈ ਨਾ, ਇਹਨੂੰ ਮੈਂ ਇਸ ਰੂਪ ਦੇ ਵਿੱਚ ਜ਼ਰੂਰ ਵੇਖਦਾ ਕਿ ਇਹਨੇ ਬਾਕੀ ਧਿਰਾਂ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਉਹ ਜਾ ਕੇ ਇਕੱਲੇ ਹੱਥ ਨਹੀਂ ਮਿਲਾ ਸਕਦੇ। ਸ਼ੰਭੂ ਬਾਰਡਰ ਦੇ ਉੱਪਰ ਤੁਹਾਡਾ ਬੈਠਣਾ ਹੈ ਨਾ, ਇਹਨੇ ਬਾਕੀ ਸਾਰਿਆਂ ਦੇ ਉੱਪਰ ਇੱਕ ਪ੍ਰੈਸ਼ਰ ਗਰੁੱਪ ਬਣਾ ਦਿੱਤਾ ਹੈ, ਇੱਕ ਦਬਾਅ ਕਾਇਮ ਕਰ ਦਿੱਤਾ ਹੈ ਕਿ ਨਹੀਂ, ਇਹ ਜਾਗਰੂਕ ਲੋਕ ਬੈਠੇ ਨੇ, ਇਹ ਰੋਜ਼ ਸਾਨੂੰ ਸੰਬੋਧਿਤ ਹੁੰਦੇ ਨੇ, ਹੁਣ ਦਿੱਲੀ ਜਾ ਕੇ ਟੇਬਲ ਦੇ ਉੱਪਰ ਬੈਠ ਕੇ ਬਿਸਕੁਟ ਖਾ ਕੇ ਤੇ ਚਾਹ ਪੀ ਕੇ ਪੰਜਾਬ ਦੇ ਹਿੱਤ ਵੇਚੇ ਨਹੀਂ ਜਾਣੇ। ਮੇਰੇ ਬਹੁਤ ਹੀ ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਾਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਮੈਂ ਇੱਥੇ ਚੌਥੀ ਵਾਰ ਹਾਜ਼ਰੀ ਭਰ ਰਿਹਾ। ਸਟੇਜ ਦੇ ਉੱਪਰ ਮੰਚ ਤੋਂ ਸੰਬੋਧਿਤ ਇਸ ਕਰਕੇ ਨਹੀਂ ਹੋਇਆ ਕਿਉਂਕਿ ਮੇਰੀ ਆਦਤ ਹੈ ਕਿ ਜਿਹੜੇ ਬੁਲਾਰੇ ਬਾਹਰੋਂ ਬੁਲਾਏ ਗਏ ਹੁੰਦੇ ਨੇ ਉਹਨਾਂ ਨੂੰ ਵਕਤ ਜ਼ਰੂਰ ਦਿੱਤਾ ਜਾਵੇ। ਅਸੀਂ ਤਾਂ ਦੀਪਵੀਰ ਜੀ ਨੂੰ ਪਤਾ, ਜਿਸ ਦਿਨ ਪਹਿਲੇ ਦਿਨ ਤੋਂ ਤੁਰੇ ਸੀ ਸਾਰੇ ਇੱਕ ਟੀਮ ਦੇ ਮੈਂਬਰ ਆ, ਸੋ ਮੈਂ ਨਹੀਂ ਚਾਹੁੰਦਾ ਕਿ ਅਸੀਂ ਉਹ ਵਕਤ ਜਿਹੜਾ ਬਾਕੀ ਬੁਲਾਰਿਆਂ ਨੂੰ ਜਿਹੜਾ ਚਾਹੀਦਾ, ਜਿਹੜੇ ਬਾਹਰੋਂ ਸਾਡੇ ਮਹਿਮਾਨ ਆਉਂਦੇ ਨੇ, ਅਸੀਂ ਉਹਨਾਂ ਦਾ ਵਕਤ ਜਿਹੜਾ ਉਹ ਲਈਏ। ਗੁਰਪ੍ਰੀਤ ਵੀਰ ਜੀ, ਜਿਨ੍ਹਾਂ ਨੂੰ ਅਸੀਂ ਗੁਰਪ੍ਰੀਤ ਘੁੱਗੀ ਦੇ ਨਾਮ ਦੇ ਨਾਲ ਜਾਣਦੇ ਹਾਂ, ਇੰਗਲੈਂਡ ਵਿੱਚ ਸੀਗੇ ਜਦੋਂ ਮੈਂ ਇਹਨਾਂ ਨੂੰ ਫੋਨ ਤੇ ਕਿਹਾ, ਮੈਂ ਕਿਹਾ ਵੀਰ ਜੀ ਕਿਸਾਨੀ ਸੰਘਰਸ਼ ਦੇ ਵਿੱਚ, ਕਿਉਂਕਿ ਜਦੋਂ ਅਸੀਂ ਕਈ ਵਾਰੀ ਬੈਠਦੇ ਹਾਂ ਤੇ ਗੱਲਾਂ ਬੜੀਆਂ ਜਟਕੀਆਂ ਕਰਦੇ ਆ, ਤੇ ਮੈਂ ਕਿਹਾ ਜਟਕੀਆਂ ਗੱਲਾਂ ਕਰਨ ਵਾਲਾ ਅਦਾਕਾਰ ਸਾਨੂੰ ਨਜ਼ਰ ਨਹੀਂ ਆਉਣ ਦਿਆ ਕਿਤੇ। ਕਹਿੰਦੇ ਮੈਂ ਤੇ ਇੰਗਲੈਂਡ ਬੈਠਾ, ਪਰ ਜਿਸ ਦਿਨ ਵੀ ਆਇਆ ਮੈਂ ਉਸੇ ਦਿਨ ਹੀ ਸੰਘਰਸ਼ ਦੇ ਵਿੱਚ ਸ਼ਾਮਲ ਹੋ ਜਾਊਂਗਾ। ਆ ਕੇ ਮੈਂ ਇਹਨਾਂ ਦਾ ਫੋਨ ਨਹੀਂ ਸੁਣ ਸਕਿਆ, ਇਹਨਾਂ ਨੇ ਮੈਸੇਜ ਛੱਡਿਆ ਕਿ ਮੈਂ ਪੰਜਾਬ ਆ ਗਿਆ ਤੇ ਕਿੱਥੇ ਅਸੀਂ ਜਾਣਾ ਹੈ। ਮੈਂ ਉਸੇ ਵੇਲੇ ਕਿਹਾ, ਮੈਂ ਕਿਹਾ ਕਿ ਅਸੀਂ ਸਾਰੇ ਸ਼ੰਭੂ ਬਾਰਡਰ ਦੇ ਉੱਪਰ ਹੀ ਇਕੱਠੇ ਹੋਵਾਂਗੇ। ਖੈਰ, ਵੀਰ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਾਰੇ ਪੰਜਾਬ ਦੀ ਸਮੱਸਿਆ, ਸੰਘਰਸ਼ ਕਿਵੇਂ ਲੜਨਾ ਹੈ, ਉਸ ਸੰਘਰਸ਼ ਦੀ ਨੀਤੀ ਕੀ ਹੋਵੇ, ਕਿਹੜੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਚੱਲਣਾ ਹੈ, ਉਹ ਸਾਰਾ ਤੁਹਾਡੇ ਨਾਲ ਸਾਂਝਾ ਕੀਤਾ। ਮੈਂ ਜ਼ਿਆਦਾ ਕਰਕੇ ਇਹਨਾਂ ਮੰਚਾਂ ਦੇ ਉੱਪਰ ਇਸ ਕਰਕੇ ਵੀ ਨਹੀਂ ਬੋਲਦਾ ਕਿ ਅਸੀਂ ਜਦੋਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੇਖਦੇ ਹਾਂ ਤੇ ਇਤਿਹਾਸ ਤੇ ਬੋਲਣ ਵਾਲੇ ਵਕਤ ਥੋੜ੍ਹਾ ਜ਼ਿਆਦਾ ਲੈ ਜਾਂਦੇ ਹਾਂ, ਪਰ ਫਿਰ ਵੀ ਮੈਂ ਕੁਝ ਨੁਕਤੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦਾ ਹਾਂ। ਕਈ ਵਾਰੀ ਜਿਹੜੇ ਕੁਛ ਵਰਤਾਰੇ ਇਤਿਹਾਸ ਦੇ ਵਿੱਚ ਵਾਪਰਦੇ ਨੇ ਨਾ, ਸਾਨੂੰ ਵੇਖਣ ਨੂੰ ਬੜੇ ਛੋਟੇ ਲੱਗਦੇ ਨੇ, ਪਰ ਉਹਨਾਂ ਦੀ ਅਹਿਮੀਅਤ ਜਿਹੜੀ ਹੈ ਨਾ, ਉਹ ਵਾਪਰ ਰਹੇ ਵਰਤਾਰੇ ਦੇ ਸਮੇਂ ਦੇ ਵਿੱਚ ਨਹੀਂ ਵੇਖੀ ਜਾਂਦੀ, ਉਸ ਵਰਤਮਾਨ ਦੇ ਵਿੱਚ ਨਹੀਂ ਵੇਖੀ ਜਾਂਦੀ, ਉਹ ਭਵਿੱਖ ਦੇ ਵਿੱਚ ਨਜ਼ਰ ਆਉਂਦੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਜਾਂ ਕਿਸਾਨ ਮਾਰੂ ਬਿੱਲ ਪਾਸ ਕਰ ਦਿੱਤੇ, ਕਾਨੂੰਨ ਬਣ ਗਏ। ਪੰਜਾਬ ਸਰਕਾਰ ਨੇ ਉਹਨਾਂ ਕਾਨੂੰਨਾਂ ਦੇ ਵਿੱਚ ਰੱਦ ਕਰਨ ਦੀ ਜਾਂ ਅਮੈਂਡਮੈਂਟ ਦੀ ਗੱਲ ਕੀਤੀ। ਇਹ ਸਾਰੇ ਬੁਲਾਰਿਆਂ ਨੂੰ ਵੀ ਪਤਾ ਹੈ ਤੇ ਰੋਜ਼ ਸੁਣਨ ਵਾਲਿਆਂ ਨੂੰ ਵੀ ਪਤਾ ਹੈ ਕਿ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ। ਹੱਲ ਇਸ ਕਰਕੇ ਨਹੀਂ ਹੋਵੇਗਾ ਕਿਉਂਕਿ ਰਾਜ ਸਰਕਾਰ ਕਹਿੰਦੀ ਹੈ ਕਿ ਕੋਈ ਵੀ ਪ੍ਰਾਈਵੇਟ ਏਜੰਸੀ ਜੇਕਰ ਜਿਣਸ ਨੂੰ ਖਰੀਦੇਗੀ ਤੇ ਉਹਨੂੰ ਘੱਟੋ ਘੱਟ ਇੰਨਾ ਸਮਰਥਨ ਮੁੱਲ ਜਿਹੜਾ ਉਹ ਦੇਣਾ ਪਵੇਗਾ। ਬਈ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੋਵੇਗੀ ਤਾਂ ਜਿਹੜੀਆਂ ਪ੍ਰਾਈਵੇਟ ਜਾਂ ਜਿਹੜੀਆਂ ਨਿੱਜੀ ਏਜੰਸੀਆਂ ਨੇ ਉਹ ਤੁਹਾਨੂੰ ਘੱਟੋ ਘੱਟ ਸਮਰਥਨ ਮੁੱਲ ਦੇਣਗੇ ਕਿਉਂ। ਦੂਜੀ ਗੱਲ ਕਹੀ ਗਈ ਹੈ ਕਿ ਜੇਕਰ ਧੱਕੇ ਨਾਲ ਉਸ ਤੋਂ ਘੱਟ ਜਿਹੜੀ ਹੈ ਖਰੀਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਖਰੀਦਦਾਰ ਨੂੰ 3 ਸਾਲ ਕੈਦ ਕੀਤੀ ਜਾਵੇਗੀ। ਮੇਰੇ ਵੀਰੋ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਮੱਕੀ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ 1850 ਰੁਪਈਆ ਅੱਜ ਤੋਂ ਕੁਝ ਸਮਾਂ ਪਹਿਲਾਂ ਮਿਥਿਆ ਗਿਆ, ਤੇ ਜਿਹੜੀਆਂ ਉੱਥੋਂ ਦੀਆਂ ਨਿੱਜੀ ਕੰਪਨੀਆਂ ਸੀ ਉਹਨਾਂ ਨੇ ਅਮਰੀਕਾ ਤੋਂ 5000 ਮੈਟ੍ਰਿਕ ਟਨ ਦੀ ਮੰਗਾਉਣ ਦੀ ਇਜਾਜ਼ਤ ਲਈ। ਉਹ ਉਹਨਾਂ ਨੂੰ 700 ਤੋਂ ਲੈ ਕੇ 800 ਰੁਪਈਆ ਪ੍ਰਤੀ ਕੁਇੰਟਲ ਪਈ। ਤੇ ਜਿਹੜੇ ਕਿਸਾਨ ਸੀ ਉਹਨਾਂ ਨੇ ਮੁੜ ਕੇ ਧੱਕੇ ਨਾਲ ਥੋੜਾ ਆਪਣੀ ਘੱਟੋ ਘੱਟ ਸਮਰਥਨ ਮਿਲ ਤੇ ਉਹਨਾਂ ਕੋਲ ਜ਼ਬਰਦਸਤੀ ਥੋੜਾ ਲਈ ਗਈ, ਉਹਨਾਂ ਨੇ ਆਪਣੇ ਆਪ ਹੀ ਫਿਰ ਦੇ ਦਿੱਤੀ, ਝਗੜਾ ਨਹੀਂ ਕਰਨਾ ਪਿਆ।
घर दे विच किन्ना कुछ चिर असीं फसल नूं रखांगे। सो ये जिहड़े कानून जिन्हां च अमेंडमेंट दी जां रद्द करन दी गल कीती जा रही है, ये किते भी किसान दे हितां दे विच सहाई नहीं होणगे, पर इहदे विचों एक आस दी किरण नज़र आउंदी है। मैं इतिहासक दृष्टिकोण तो तुहाडे नाल गल करदा आ। तुहाडे नेड़े जिस वेले बाबा बंदा सिंह बहादुर ने सरहंद नूं फतेह करना सी ना, ते उस वेले सरदार बाज सिंह ने ते सरदार रतन सिंह ने बंदा सिंह बहादुर नूं एक गल कही, गल बड़ी प्यारी सी। कहंदे जथेदार साहब माझे वाले भी आ गए ने, मालवे वाले भी आ गए ने, जिथे जिथे हुक्मनामे भेजे गए सी जिन्हां दे विच लिखिया सी लेवन ते बदला तुरकन ते मोहे पठायो गुरु स्वैकर बंदा मार तुके कर ख्वार वजीदे देहों उजाड़ लटिहों सरंदा। जिथे जिथे हुक्मनामे गए सी लोग आ गए ने, पर तुसी एक गल वेखो कि इन्हां दे विच बहुत सारे लोग वो भी ने जिहड़े लड़न वाले नहीं, जिहड़े लुੱਟ दी नीयत दे नाल इस संघर्ष दे विच शामिल होए ने। सारे लड़न वाले नहीं, कुछ लुੱਟ दी नीयत दे नाल भी शामिल होए ने। इन्हां नूं वखरे कर दईए। बंदा सिंह बहादुर कहंदा वखरे नहीं करने, कम से कम जदों लुੱਟ के जाणगे ना ते लुੱਟ के जाके पिंडां दे विच सुनेहा तां देणगे ना कि बंदा सिंह बहादुर ने सरहंद नूं उजाड़ दित्ता। सो इस बिल दे नाल बेशक सानू रद्द करन दे नाल पंजाब सरकार दा कोई बहुता ज्यादा फायदा नहीं होया। कम से कम असीं इह ते दस दित्ता है ना कि असीं केंद्र दे कानूनां दे खिलाफ लड़न दी समर्था रखदे हां। एक संदेश तां गया है ना कम से कम कि जेकर तुसीं सड़कां ते आ जांदे हो, जेकर तुसीं मैदाने जंग दे विच आ जांदे हो, ते ਉਹ ਤੁਹਾਡੀ ਚਾਹੇ ਕੇਂਦਰ ਦੇ ਵਿੱਚ ਬੈਠੀ ਧਿਰ ਅਸਤੀਫਾ ਦਿੰਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਬੈਠੀ ਧਿਰ ਕਹਿੰਦੀ ਹੈ ਕਿ ਅਸਤੀਫਾ ਜੇਬ 'ਚ ਪਾਇਆ, ਉਹਨੂੰ ਮਜਬੂਰ ਤਾਂ ਤੁਸੀਂ ਕਰਦੇ ਹੋ ਜਦੋਂ ਤੁਸੀਂ ਸੜਕਾਂ ਦੇ ਉੱਪਰ ਆ ਜਾਂਦੇ ਹੋ। ਦੂਸਰੀ ਗੱਲ, ਇਹ ਜਿਹੜੇ ਸੰਘਰਸ਼ ਕਿਸਾਨ ਦਾ ਸੰਘਰਸ਼, ਇਹ ਬਿਲਕੁਲ ਮੈਨੂੰ ਉਸ ਰੂਪ ਦੇ ਵਿੱਚ ਇਤਿਹਾਸ ਦੀ ਇੱਕ ਛੋਟੀ ਜਿਹੀ ਚਿਣਗ ਨਜ਼ਰ ਆਉਂਦਾ ਹੈ ਜਦੋਂ ਮੁਖਲਿਸ ਖਾਨ ਦਾ ਬਾਜ਼ 6ਵੇਂ ਪਾਤਸ਼ਾਹ ਦੇ ਕੋਲ ਸੀ ਤੇ ਸਾਡੇ ਵਰਗੇ ਜਿਹੜੇ ਹੁਣ ਵੀ ਕਹਿੰਦੇ ਨੇ ਨਾ ਆ ਕੀ ਕਰਨਾ ਸ਼ੰਭੂ ਬਾਰਡਰ ਤੇ ਜਾ ਕੇ, ਆ ਦੀਪ ਬੈਠਾ ਹੈ 2-4 ਦਿਨਾਂ ਨੂੰ ਉੱਠ ਜਾਵੇਗਾ। ਤੇ 6ਵੇਂ ਪਾਤਸ਼ਾਹ ਨੂੰ ਵੀ ਸਾਡੇ ਵਰਗੇ ਢਿੱਲੀ ਜੀ ਕਿਸਮ ਦੇ ਸਿੱਖ ਪਤਾ ਕੀ ਕਹਿੰਦੇ ਸੀ, ਪਾਤਸ਼ਾਹ ਪੰਛੀ ਤਾਂ ਹੈਗਾ ਬਾਜ, ਬਾਜ ਤੋਂ ਕਾਹਦਾ ਲੜਨਾ, ਬਾਜ ਤਾਂ ਹੋਰ ਲੈ ਲਵਾਂਗੇ। ਤੇ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ, ਤਿੰਤੇ ਬਾਜ ਨਹੀਂ ਅਬ ਦੇਣਾ ਅਬ ਤਾਜ ਰਾਜ ਤਿੰਤੇ ਸਭ ਲੈਣਾ। ਗੱਲ ਬਾਜ ਦੀ ਨਹੀਂ ਹੈ, ਨਿਸ਼ਾਨਾ ਤਾਜ ਤੇ ਰਾਜ ਦਾ ਹੈ। ਗੱਲ ਹੁਣ ਇੱਥੇ ਕੇਵਲ ਤੇ ਕੇਵਲ ਕਿਸਾਨੀ ਦੀ ਨਹੀਂ ਰਹਿ ਗਈ, ਗੱਲ ਇੱਥੇ ਖੁਦ ਮੁਖਤਿਆਰੀ ਦੀ ਹੈ। ਗੱਲ ਹੁਣ ਤੁਹਾਡੇ ਹੱਕਾਂ ਦੀ ਹੈ, ਗੱਲ ਤੁਹਾਡੀ ਹੋਂਦ ਦੀ ਹੈ, ਗੱਲ ਮੁਖਤਿਆਰੀ ਦੀ ਹੈ। ਹੁਣ ਤੁਸੀਂ ਕਿਸਾਨ ਦੇ ਇਸ ਮੁੱਦੇ ਵਿੱਚੋਂ ਪੰਜਾਬ ਦੀ ਆਨ ਤੇ ਸ਼ਾਨ ਵੇਖਣੀ ਹੈ। ਹੁਣ ਤੁਸੀਂ ਇਸ ਕਿਸਾਨੀ ਦੇ ਬਾਜ ਦੇ ਵਿੱਚੋਂ ਤਾਜ ਤੇ ਰਾਜ ਵੇਖਣਾ ਹੈ। ਹੁਣ ਤੁਸੀਂ ਖੁਦ ਮੁਖਤਿਆਰੀ ਦੇ ਵੱਲ ਤੁਰਨਾ ਹੈ। ਦੂਸਰੀ ਗੱਲ, ਲਾਲਚ ਦਿੱਤੇ ਜਾਣਗੇ। ਮੈਨੂੰ ਪਤਾ ਹੈ ਹਮੇਸ਼ਾ ਪੰਜਾਬ ਦੇ ਨਾਲ ਇਹ ਕੁਝ ਹੁੰਦਾ ਰਿਹਾ, ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹ ਵਿਕਦੀਆਂ ਰਹੀਆਂ ਨੇ, ਔਰ ਸਾਨੂੰ ਕਿਹਾ ਵੀ ਜਾਂਦਾ ਹੈ ਕਿ ਜਦੋਂ ਫਿਰ ਸਮਝੌਤੇ ਦੀ ਗੱਲ ਆਉਂਦੀ ਹੈ ਉਦੋਂ ਤੁਹਾਡੇ ਜਿਹੜੇ ਲੀਡਰ ਜਾ ਕੇ ਨੇ ਉਹ ਦਿੱਲੀ ਨਾਲ ਹੱਥ ਮਿਲਾ ਲੈਂਦੇ ਨੇ। ਪਰ ਜਿਹੜਾ ਆਹ ਵਾਲਾ ਧਰਨਾ ਹੈ ਨਾ, ਇਹਨੂੰ ਮੈਂ ਇਸ ਰੂਪ ਦੇ ਵਿੱਚ ਜ਼ਰੂਰ ਵੇਖਦਾ ਕਿ ਇਹਨੇ ਬਾਕੀ ਧਿਰਾਂ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਹੈ ਕਿ ਹੁਣ ਉਹ ਜਾ ਕੇ ਇਕੱਲੇ ਹੱਥ ਨਹੀਂ ਮਿਲਾ ਸਕਦੇ। ਇਹਦਾ ਇੱਕ ਫਾਇਦਾ ਹੈ ਸਭ ਤੋਂ ਵੱਡਾ, ਜਿਹੜਾ ਕਿ ਇਹ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਤੁਹਾਡਾ ਬੈਠਣਾ ਹੈ ਨਾ, ਇਹਨੇ ਬਾਕੀ ਸਾਰਿਆਂ ਦੇ ਉੱਪਰ ਇੱਕ ਪ੍ਰੈਸ਼ਰ ਗਰੁੱਪ ਬਣਾ ਦਿੱਤਾ, ਇੱਕ ਦਬਾਅ ਕਾਇਮ ਕਰ ਦਿੱਤਾ ਹੈ ਕਿ ਨਹੀਂ, ਇਹ ਜਾਗਰੂਕ ਲੋਕ ਬੈਠੇ ਨੇ, ਇਹ ਰੋਜ਼ ਸਾਨੂੰ ਸੰਬੋਧਿਤ ਹੁੰਦੇ ਨੇ। ਹੁਣ ਦਿੱਲੀ ਜਾ ਕੇ ਟੇਬਲ ਦੇ ਉੱਪਰ ਬੈਠ ਕੇ ਬਿਸਕੁਟ ਖਾ ਕੇ ਤੇ ਚਾਹ ਪੀ ਕੇ ਪੰਜਾਬ ਦੇ ਹਿੱਤ ਵੇਚੇ ਨਹੀਂ ਜਾਣੇ। ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਨੇ। ਤੇ ਸੱਚ ਜਾਣਿਓ, ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ, ਮੈਂ ਇਤਿਹਾਸਕ ਦ੍ਰਿਸ਼ਟੀਕੋਣ 'ਚ ਗੱਲਾਂ ਤਾਂ ਬਹੁਤ ਕਰਨਾ ਚਾਹੁੰਦਾ ਸੀ। ਗੁਰਪ੍ਰੀਤ ਵੀਰ ਜੀ ਨੇ ਜਾਣਾ, ਮੈਨੂੰ ਪਤਾ ਇਹਨਾਂ ਨੂੰ ਬਹੁਤ ਚਿਰ ਬਿਠਾਇਆ, ਤੇ ਮੈਂ ਤੇ ਵੀਰ ਜੀ ਨੂੰ ਕਿਹਾ ਸੀ ਮੈਨੂੰ ਟਾਈਮ ਨਾ ਦਿਓ, ਮੈਂ ਬਾਅਦ 'ਚ ਫਿਰ ਆ ਜਾਣਾ, ਜਦੋਂ ਤੁਸੀਂ ਕਹੋਗੇ ਮੈਂ ਹਾਜ਼ਰ ਹਾਂ। ਮੈਂ ਇੱਕ ਗੱਲ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਅੱਜ ਤੁਹਾਡੀਆਂ ਫਸਲਾਂ, ਜਿਹੜੀ ਪੰਜਾਬ ਸਰਕਾਰ ਨੇ ਵੀ ਗੱਲ ਕੀਤੀ ਹੈ ਨਾ, ਉਹਦੇ ਵਿੱਚ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਆਈ ਹੈ, ਕਣਕ ਤੇ ਝੋਨੇ ਦੀ ਆਈ ਹੈ। ਇਹ ਸਾਨੂੰ ਵੀ ਪਤਾ ਕਿ ਸਾਨੂੰ ਅਗਲੇ ਸਮੇਂ ਦੇ ਵਿੱਚ ਫਸਲ ਚੱਕਰ ਬਦਲਣਾ ਪੈਣਾ ਹੈ।
कणक ते झोने दो फसलों के उपर जेकर घट्टो घट समर्थन मुल की आ भी जाए गल तो तां भी साडियां 22-23 जिहड़ियां फसलां ने, दालां ने, जिहड़ियां होर चीज़ां ने, वो सारियां इहदे विच्चों, इस लिस्ट चों, इस फहरिस्त दे विच्चों बाहर रह जाणगियां। तुहानूं पंजाब नूं संभालना पैना है, तुहानूं पंजाब दे फसल चक्कर नूं बदलना पैना है, ते खास करके जिहड़ियां साडियां बाहर बैठियां संस्थावां ने, जिहड़ियां समाज सेवा करदियां ने, उन्हां नूं पहिलां पंजाब दे वल वेखना पैना, पहिलां पंजाब दे वल वेखना बैठा। एक दिन मैं बैठा सी, साडे दोस्त ने उस्मान साहब, उन्होंने एक बड़ी गल सल्लल्लाहु अलैहि वसल्लम मुहम्मद साहब दे बारे उन्होंने हदीस दे विचों कही कि इस्लाम दे विच एक गल कही जाती है कि जेकर तेरा भरा भुखा है तो गवांढी नूं देण दा कोई फायदा नहीं, ते जेकर तेरा गवांढी भुखा है तो मस्जिद च देण दा भी कोई फायदा नहीं। हुण जिन्नियां साडियां NGOs ने उन्हां नूं सोचना पवेगा कि जेकर पंजाब दा किसान भुखा है तो बाहर जाके कुछ करन दा कोई फायदा नहीं, ते जेकर हिंदुस्तान दे विच कोई इंसान भुखा है तो सानूं विदेशां च जाके करन दा कुछ फायदा नहीं। सानूं पहिलां इस चीज़ दे बारे वेखना पवेगा, क्योंकि ये वो धरती है। गुरु साहब तुसीं तां केवल ये कह रहे हो ना कि फसल का घट मुल मिल रहा है, तो दूजे बन्ने दिल्ली की हुकूमत ये गल कह रही है कि असी अपनी इस कानून के उपर और नीति के उपर बजेद है। उन्होंने शायद साडी जिद का नहीं पता, साडी तां जिद ही बड़ी वक्री है। जिवें एक शायर ने बड़ी प्यारी गल लिखी है ना, वो कहंदा कि जिहड़ियां कौमां दे विच जूझण दा जज्बा हुंदा है ना, उन्हां दे विच मत पूछ मेरे सब्र की मुसबत कहाँ तक है, सताकर देख ले जालिम तेरी ताकत कहाँ तक है, वो और होंगे जिन्हें मौत आ गई होगी, हमें तो देखना जे है कि तू जालिम कहाँ तक है। असी तां ओ आ जिस वेले दिल्ली की कोतवाली जिथे अज पब्लिक लाइब्रेरी है, उत्थे सरबराह खान का जलाद तलवार कढ़ के बैठा सी, उहदे हत्थ दे विच एक पासे किरपान सी ते काजी दे हाथ दे विच कुरान सी, ते सिख नूं कहा जांदा सी जेकर दीने इस्लाम कबूल करना है ते कुरान वाले पासे चला जा, जेकर मौत प्रवान करनी है ते किरपान वाले पासे चला जा। एक गया, दो गया, तीन गए, चार गए, पंजवें थां ते बजुर्ग बैठा सी, हथ खड़ा कर दिता, कहंदा काजी साहब 5 कतल हो गए ने, हुण मेरी एक मंग प्रवान करोगे? कहंदा की मंग है तेरी? मकतल दे विच जदों सामने सिर लथ रहे होण ना, बंदे दी सब तो वड्डी मंग जिंदगी हो सकती है। कहंदा की मंग है तुहाडी? कहंदा साडी ये मंग है, मैं मोदी साहब नूं दसना चाहुंदा कि असीं किहड़ी मिट्टी दे बणे होए हैं। कहंदा साडी मंग पता की है? कहंदा बार बार पुछ के ना अपना ते साडा वक्त बर्बाद ना करो, मैं सारियां दी गल कह दिंदा कि सारे किरपान वाले पासे जाना है, साडे चों किसे ने भी ईन नहीं मननी, असी सारे किरपान वाले पासे जाना है, किसी ने भी ईन नहीं मननी। ते गुरु सारिओ अज तुहाडीआं फसलों के उपर, तुहाडीआं जिनसां के उपर इन्हां किसान मारू बिल्लां दे नाल हमला किया जा रहा है। असी इस मिट्टी के पुत्र हैं, इहदे वारस हैं, ते इहदे वारस जिहड़े ने ना वो सिर दे के अपना फर्ज किवें निभाउंदे ने। अज जिस वेले अहमद शाह अबदाली ने घल्लू घारे दे विच सिखां दे हत्थ वेख ले कि सरदार चढ़त सिंह किवें लड़दा है, सरदार जस्सा सिंह आलूवालिया किवें लड़दा है, सरदार जस्सा सिंह रामगढ़िया किवें लड़दा है, ते सारी लड़ाई हारन तो बाद वो जिस वेले पटियाले वाले आला सिंह दे कोल बैठा सी, 6 दिन उहदे कोल रहा देवीदासपुरे दे उत्थे देवीदासपुर दे किले दे विच, ते फिर नानू सिंह गरेवाल वकील नूं भेजिया, कहंदा सिखां दे नाल मेरी सुलह करा दे। सुलह दे विच वेखो किड्डी वधिया गल है, एक पासे सिरां दे मुੱਲ पै रहे ने, एक पासे फड़ फड़ के मारिया जा रहा है, एक पासे कतल किया जा रहा है। एक दिन दे विच 40,000 सिख कतल होया, बच्चों के बजुर्गों के औरतों के ढेर लगे पे ने लाशां दे, ते उहदे बावजूद सिखां नूं राजीनामे दा सुनेहा भेजा जा रहा है। ते सुनेहा बड़ा वधिया जे, वो कहंदा कि सिखां नूं कह मेरी अधीनगी प्रवान कर लैण, सिखां नूं कह मेरी अधीनगी प्रवान कर लैण, सिर बच सकते हैं, परिवार बच सकते हैं, सब कुछ बच सकता है। बस नजराने के तौर पर छमाही हर 6 महीनों के बाद मैनू थोड़ा जिहा बाजरा, जवार, मोठ, गवारा जिहड़ियां उदों पंजाब च फसलां हुंदियां सी, मैनू ये चीज़ां दे दिया करन, राज बच सकता है। तो सच जाणिओ असीं पंजाब दी उस मिट्टी के वारस है, पर इस गल नूं लाभे हो के सोचीए तो सौदा तो बड़ा सस्ता है ना, भी मोठ दे दिओ, बाजरा दे दिओ, गवारा दे दिओ, मक्की दे दिओ, जान बचदी है। पर सिखां दे 5 सिख बैठे सी, 5 प्यारिਆਂ ਦੇ रूप ਦੇ ਵਿੱਚ
ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਹਰੀ ਸਿੰਘ ਹੋਣੀ, ਸਰਦਾਰ ਚੜ੍ਹਤ ਸਿੰਘ, ਸਰਦਾਰ ਕਰਮ ਸਿੰਘ ਹੋਣੀ, ਇਹਨਾਂ ਸਾਰਿਆਂ ਨੇ ਸਲਾਹ ਮਸ਼ਵਰਾ ਕੀਤਾ ਤੇ ਸਲਾਹ ਮਸ਼ਵਰਾ ਕਰਕੇ ਜਿਹੜਾ ਅਬਦਾਲੀ ਦੇ ਏਲਚੀ ਨੂੰ ਸੁਨੇਹਾ ਭੇਜਿਆ ਨਾ, ਉਹ ਸਰਦਾਰ ਸੋਹਣ ਸਿੰਘ ਸੀਤਲ ਨੇ ਕਵਿਤਾ ਦੇ ਵਿੱਚ ਲਿਖਿਆ। ਉਹ ਸਮਝ ਲਿਓ ਕਿ ਅੱਜ ਸਾਡਾ ਸੁਨੇਹਾ ਦਿੱਲੀ ਨੂੰ। ਉਹਨਾਂ ਨੇ ਪਤਾ ਕੀ ਕਿਹਾ ਸੀ? ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਵਿਖਾ ਕੇ, ਸ਼ਰਤਾਂ ਲਿਖਾਂਗੇ ਰਤ ਨਾਲ ਗੱਲ ਬੰਨੇ ਲਾ ਕੇ, ਤੇ ਫਿਰ ਤਕਦੀਰ ਲਿਖਾਂਗੇ ਤੇਗ ਨਾਲ, ਖੈਬਰ ਤੇ ਜਾ ਕੇ ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਦੱਥ ਪਵਾ ਕੇ। ਅਸੀਂ ਨੱਕ ਦੇ ਵਿੱਚ ਨੱਥ ਪਵਾ ਕੇ ਨਹੀਂ ਜੀਣਾ। ਗੋਡੇ ਟੇਕਣ ਦੇ ਨਾਲੋਂ ਇਹ ਪੰਜਾਬ ਦੀ ਮਿੱਟੀ ਦੇ ਵਾਰਸ ਸਿਰ ਲਹਾਉਣਾ ਤਾਂ ਕਬੂਲ ਕਰ ਸਕਦੇ ਆ, ਅਧੀਨਗੀ ਸਵੀਕਾਰ ਨਹੀਂ ਕਰਦੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।